ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਠੀਕ ਹੈ ਜੀ। ਆਪਸ਼ਨ ਏ ਸਬ ਸਿੱਧੂ, ਆਪਸ਼ਨ ਬੀ ਲਾਹੌਰ ਸੂਬਾ, ਆਪਸ਼ਨ ਸੀ ਹੈਗੀ ਹੈ ਪੈਂਟਾਪਟਾਮੀਅਮ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਰਿਗਵੈਦਿਕ ਕਾਲ ਵਿੱਚ ਆਪਾਂ ਨੂੰ ਜਾਣਿਆ ਜਾਂਦਾ ਪੰਜਾਬ ਨੂੰ ਸਪਤ ਸਿੱਧੂ ਦੇ ਨਾਮ ਨਾਲ। ਸਪਤ ਸਿੱਧੂ ਮੀਨਿੰਗ 7 ਦਰਿਆਵਾਂ ਦੀ ਧਰਤੀ, 7 ਦਰਿਆਵਾਂ ਦੀ ਧਰਤੀ, ਇਹ ਯਾਦ ਰੱਖਣਾ, 7 ਦਰਿਆਵਾਂ ਦੀ ਧਰਤੀ। ਸਪਤ ਸਿੱਧੂ ਮੀਨਿੰਗ 7 ਦਰਿਆਵਾਂ ਦੀ ਧਰਤੀ। ਜਿਹੜਾ ਰਿਗਵੈਦਿਕ ਕਾਲ ਹੈ ਇਹਨੂੰ ਸਿੰਪਲ ਵੈਦਿਕ ਕਾਲ ਵੀ ਆਖਿਆ ਜਾਂਦਾ ਹੈ। ਇਹਨੂੰ ਕੀ ਆਖਿਆ ਜਾਂਦਾ? ਵੈਦਿਕ ਕਾਲ। ਤੁਸੀਂ ਇਹ ਵੀ ਯਾਦ ਰੱਖਣਾ ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਾਣਿਆ ਜਾਂਦਾ ਸੀਗਾ ਲਾਹੌਰ ਸੂਬਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੀ ਆਖਦੇ ਸੀਗੇ? ਪੰਜਾਬ ਨੂੰ ਲਾਹੌਰ ਸੂਬਾ। ਯੂਨਾਨੀਆਂ ਦੇ ਵੇਲੇ ਆਖਿਆ ਜਾਂਦਾ ਸੀਗਾ ਪੈਂਟਾਪਟਾਮੀਅਮ, ਯੂਨਾਨੀਆਂ ਵੇਲੇ ਪੈਂਟਾਪਟਾਮੀਅਮ। ਅਗਲਾ ਕੁਐਸਚਨ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਨੂੰ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਜੀ ਪਾਸ ਕੌਣ ਲੈ ਕੇ ਆਇਆ ਸੀਗਾ? ਕੀ ਆਨਸਰ ਆਏਗਾ? ਗੁਰੂ ਗੋਬਿੰਦ ਜੀ ਦੇ ਪਾਸ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਦੇ ਸ਼ੀਸ਼ ਹੈ ਕੌਣ ਲੈ ਕੇ ਆਇਆ ਸੀਗਾ? ਇਹਦਾ ਆਨਸਰ ਕੀ ਹੈ? ਆਪਸ਼ਨ ਸੱਸਾ ਆਨਸਰ ਭਾਈ ਜੈਤਾ ਜੀ। ਆਪਸ਼ਨ ਡੀ ਹੈ ਭਾਈ ਜੈਤਾ ਜੀ। ਕੀ ਹੋਇਆ ਸੀਗਾ 1675 ਈਸਵੀ ਨੂੰ? 1675 ਈਸਵੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ, ਠੀਕ ਹੈ ਜੀ, ਦਿੱਲੀ ਦੇ ਚਾਂਦਨੀ ਚੌਂਕ ਵਿਖੇ, ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹੀਦੀ ਦਿੱਤੀ ਗਈ ਸੀ। ਅਤੇ ਦਿੱਲੀ ਦੇ ਹੁਣ ਜਿਹੜਾ ਚਾਂਦਨੀ ਚੌਂਕ ਹੈ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦਿੱਤੀ ਗਈ ਸੀ, ਉੱਥੇ ਗੁਰਦੁਆਰਾ ਬਣਾਇਆ ਗਿਆ ਸ਼ੀਸ਼ ਗੰਜ ਸਾਹਿਬ। ਗੁਰਦੁਆਰਾ ਸ਼੍ਰੀ ਸ਼ੀਸ਼ ਗੰਜ ਸਾਹਿਬ ਉੱਥੇ ਬਣਿਆ ਹੋਇਆ। ਇਹ ਵੀ ਯਾਦ ਰੱਖਣਾ ਹੈ, ਜਦੋਂ ਉਹਨਾਂ ਦਾ ਸ਼ੀਸ਼, ਠੀਕ ਹੈ, ਭਾਈ ਜੈਤਾ ਜੀ ਸ਼੍ਰੀ ਗੁਰੂ ਗੋਬਿੰਦ ਜੀ ਦੇ ਪਾਸ ਅਨੰਦਪੁਰ ਸਾਹਿਬ ਵਿਖੇ ਲੈ ਕੇ ਆਏ, ਅਨੰਦਪੁਰ ਸਾਹਿਬ ਵਿਖੇ ਲੈ ਕੇ ਆਏ, ਤਾਂ ਉਹਨਾਂ ਦੇ ਉੱਥੇ ਜਿਹੜਾ ਹੈਗਾ ਸ਼ੀਸ਼ ਹੈ, ਉਹਨਾਂ ਦਾ ਕੀ ਕੀਤਾ ਗਿਆ? ਸ਼ੀਸ਼ ਦਾ ਸੰਸਕਾਰ ਕੀਤਾ ਗਿਆ। ਉੱਥੇ ਵੀ ਗੁਰਦੁਆਰਾ ਕੀ ਬਣਿਆ ਹੋਇਆ? ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਬਣਿਆ ਹੋਇਆ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਜਿਹੜਾ ਸ਼ੀਸ਼ ਦਾ ਸੰਸਕਾਰ ਕੀਤਾ ਗਿਆ ਸੀਗਾ, ਉੱਥੇ ਵੀ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਬਣਿਆ ਹੋਇਆ। ਠੀਕ ਹੈ ਜੀ। ਅੱਗੇ, ਪੰਜਾਬ ਸਰਕਾਰ ਦਾ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ, ਜਿਹੜਾ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ, ਕਿਸ ਖੇਤਰ ਨਾਲ ਸੰਬੰਧਿਤ ਹੈ? ਇਹਦਾ ਯਾਦ ਰੱਖਣਾ, ਇਹ ਹੈਗਾ ਖੇਡਾਂ ਨਾਲ ਸੰਬੰਧਿਤ। ਕਿਹਦੇ ਨਾਲ ਸੰਬੰਧਿਤ ਹੈ? ਖੇਡਾਂ ਨਾਲ। ਆਪਸ਼ਨ ਡੀ ਕੀ ਆਊਗਾ ਇਹਦਾ ਰਾਈਟ ਆਨਸਰ? ਸੱਸਾ, ਠੀਕ ਹੈ, ਖੇਡਾਂ। ਭਾਈ ਕਨ੍ਹਈਆ ਜੀ ਵੱਲੋਂ ਪਾਣੀ ਦੀ ਸੇਵਾ ਕਿਸ ਯੁੱਧ ਵਿੱਚ ਨਿਭਾਈ ਗਈ ਸੀ? ਭਾਈ ਕਨ੍ਹਈਆ ਜੀ ਵੱਲੋਂ ਪਾਣੀ ਦੀ ਸੇਵਾ ਕਿਸ ਯੁੱਧ ਵਿੱਚ ਨਿਭਾਈ ਗਈ ਸੀਗੀ? ਇਹਦਾ ਆਪਸ਼ਨ ਕੀ ਹੈਗਾ? ਆੜਾ ਸਹੀ ਆਨਸਰ ਹੈ ਅਨੰਦਪੁਰ ਸਾਹਿਬ ਦਾ ਯੁੱਧ। ਕਿਹੜਾ ਯੁੱਧ ਸੀਗਾ? ਅਨੰਦਪੁਰ ਸਾਹਿਬ ਦਾ ਯੁੱਧ। ਠੀਕ ਹੈ ਜੀ। ਅੱਗੇ, ਇਹ ਬੜਾ ਹੀ ਇੰਪੋਰਟੈਂਟ ਕੁਐਸਚਨ ਹੈਗਾ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਕਿੱਥੇ ਸਥਿਤ ਹੈ? ਤਖਤ ਸ਼੍ਰੀ ਕੇਸਗੜ੍ਹ ਸਾਹਿਬ ਕਿੱਥੇ ਸਥਿਤ ਹੈ? ਪਹਿਲਾਂ ਤਾਂ ਤੁਸੀਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਤਖਤ ਹੈ ਕਿੰਨੇ, ਕਿੰਨੇ ਤਖਤ ਹੈਗੇ ਨੇ, ਯਾਦ ਰੱਖਿਓ। ਕੁੱਲ ਤਖਤ ਕਿੰਨੇ ਹੈਗੇ ਹੈ? ਕੁੱਲ ਤਖਤ ਕਿੰਨੇ ਹੈਗੇ ਆ? 5। ਇਹ ਯਾਦ ਰੱਖਣਾ ਹੈ, ਕੁੱਲ ਤਖਤ ਕਿੰਨੇ ਹੈਗੇ ਆ? 5। ਠੀਕ ਹੈ। ਸਭ ਤੋਂ ਪੁਰਾਣਾ ਕਿਹੜਾ ਤਖਤ ਹੈ? ਅਕਾਲ ਤਖਤ ਸਾਹਿਬ। ਸਭ ਤੋਂ ਪੁਰਾਣਾ ਕਿਹੜਾ ਹੈਗਾ? ਅਕਾਲ ਤਖਤ। ਉਹ ਕਿੱਥੇ ਹੈ? ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਜਿਹੜਾ ਅਕਾਲ ਤਖਤ ਹੈ ਇਹ ਸਭ ਤੋਂ ਪੁਰਾਣਾ ਹੈ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੈ। ਠੀਕ ਹੈ। ਜਿਹੜਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਹੈ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਕਿੱਥੇ ਹੈ? ਸ਼੍ਰੀ ਅਨੰਦਪੁਰ ਸਾਹਿਬ ਵਿਖੇ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਕਿੱਥੇ ਹੈ? ਸ਼੍ਰੀ ਅਨੰਦਪੁਰ ਸਾਹਿਬ ਵਿਖੇ। ਜਿਹੜਾ ਨੰਦੇੜ ਸਾਹਿਬ ਹੈ, ਨੰਦੇੜ ਸਾਹਿਬ ਵਿਖੇ ਕਿਹੜਾ ਤਖਤ ਹੈਗਾ? ਤਖਤ ਸ਼੍ਰੀ ਹਜ਼ੂਰ ਸਾਹਿਬ। ਤਖਤ ਸ਼੍ਰੀ ਹਜ਼ੂਰ ਸਾਹਿਬ, ਜਿਹੜਾ ਹਜ਼ੂਰ, ਠੀਕ ਹੈ, ਤਖਤ ਸ਼੍ਰੀ ਹਜ਼ੂਰ ਸਾਹਿਬ ਕਿੱਥੇ ਹੈ? ਨੰਦੇੜ ਸਾਹਿਬ ਵਿਖੇ। ਜਿਹੜੇ ਤਲਵੰਡੀ ਸਾਬੋ ਹੈ, ਤਲਵੰਡੀ ਸਾਬੋ ਤਖਤ ਕਿਹੜਾ? ਤਖਤ ਸ਼੍ਰੀ ਦਮਦਮਾ ਸਾਹਿਬ। ਤਖਤ ਸ਼੍ਰੀ ਦਮਦਮਾ ਸਾਹਿਬ ਕਿੱਥੇ ਹੈਗਾ? ਤਲਵੰਡੀ ਸਾਹਿਬ ਵਿਖੇ। ਠੀਕ ਹੈ। ਇੱਕ ਕਿਹੜਾ ਰਹਿ ਗਿਆ? ਤਖਤ ਸ਼੍ਰੀ ਪਟਨਾ ਸਾਹਿਬ। ਕਿਹੜਾ ਰਹਿ ਗਿਆ? ਤਖਤ ਸ਼੍ਰੀ ਪਟਨਾ ਸਾਹਿਬ। ਤਖਤ ਸ਼੍ਰੀ ਪਟਨਾ ਸਾਹਿਬ ਜਿਵੇਂ ਨਾਮ 'ਚ ਹੀ ਆ ਰਿਹਾ ਪਟਨਾ, ਇਹ ਕਿੱਥੇ ਸਥਿਤ ਹੈਗਾ? ਪਟਨਾ। ਪਟਨਾ ਮੀਨਿੰਗ ਬਿਹਾਰ ਦੇ ਵਿੱਚ। ਇਹ ਯਾਦ ਰੱਖਿਓ। ਕੁੱਲ ਤਖਤ ਕਿੰਨੇ ਹੈਗੇ ਆ? 5 ਹੈ। ਜਿਹੜਾ ਅਕਾਲ ਤਖਤ ਹੈ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੈ। ਕੇਸਗੜ੍ਹ, ਜਿਹੜਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਹੈ ਅਨੰਦਪੁਰ ਸਾਹਿਬ ਵਿਖੇ ਹੈ। ਤਖਤ ਸ਼੍ਰੀ ਹਜ਼ੂਰ ਸਾਹਿਬ ਕਿੱਥੇ ਹੈ? ਨੰਦੇੜ ਸਾਹਿਬ। ਨੰਦੇੜ ਸਾਹਿਬ ਕਿੱਥੇ ਹੈ? ਮਹਾਰਾਸ਼ਟਰ ਹੈ। ਤਖਤ ਸ਼੍ਰੀ ਦਮਦਮਾ ਸਾਹਿਬ ਕਿੱਥੇ? ਤਲਵੰਡੀ ਸਾਬੋ। ਅਤੇ ਇੱਕ 5ਵੇਂ ਤਖਤ ਕਿਹੜੇ? ਤਖਤ ਸ਼੍ਰੀ ਪਟਨਾ ਸਾਹਿਬ, ਪਟਨਾ। ਇੱਕ ਕੁਐਸਚਨ ਆਮ ਤੌਰ 'ਤੇ ਆਉਂਦਾ ਹੁੰਦਾ ਪੇਪਰ 'ਚ ਵੀ ਕਿੰਨੇ ਤਖਤ ਪੰਜਾਬ ਵਿੱਚ ਹੈ ਇਸ ਟਾਈਮ? ਇਸ ਟਾਈਮ ਕਿੰਨੇ ਤਖਤ ਹੈਗੇ ਪੰਜਾਬ 'ਚ? 3। ਠੀਕ ਹੈ। ਆਹ ਵੇਖੋ, ਜਿਹੜਾ ਤਖਤ ਸ਼੍ਰੀ ਪਟਨਾ ਸਾਹਿਬ ਹੈ ਪਟਨਾ ਹੈ, ਯਾਨੀ ਕਿ ਪੰਜਾਬ 'ਚ ਹੈ ਨਹੀਂ, ਬਿਹਾਰ 'ਚ ਹੈ। ਠੀਕ ਹੈ। ਤਖਤ ਸ਼੍ਰੀ ਹਜ਼ੂਰ ਸਾਹਿਬ ਕਿੱਥੇ ਤੁਹਾਨੂੰ ਦੱਸਿਆ? ਨੰਦੇੜ ਸਾਹਿਬ। ਨੰਦੇੜ ਸਾਹਿਬ ਕਿੱਥੇ ਹੈ? ਮਹਾਰਾਸ਼ਟਰ ਹੈ, ਯਾਨੀ ਕਿ ਇਹ ਵੀ ਪੰਜਾਬ 'ਚ ਨਹੀਂ ਹੈਗਾ।
ਤਖਤ ਸ਼੍ਰੀ ਹਜ਼ੂਰ ਸਾਹਿਬ ਤੇ ਤਖਤ ਸ਼੍ਰੀ ਪਟਨਾ ਸਾਹਿਬ ਨੂੰ ਛੱਡ ਕੇ ਜਿਹੜੇ ਬਾਕੀ ਤਖਤ ਹੈ 3 ਪੰਜਾਬ 'ਚ ਹੈ, 2 ਕੀ ਹੈਗੇ ਆ ਬਾਹਰਲੀਆਂ ਸਟੇਟਾਂ 'ਚ ਹੈ, ਇੱਕ ਮਹਾਰਾਸ਼ਟਰ 'ਚ ਹੈ ਤੇ ਇੱਕ ਕਿੱਥੇ ਹੈਗਾ ਬਿਹਾਰ 'ਚ ਹੈ। ਠੀਕ ਹੈ, ਇੱਕ ਤਾਂ ਇਹ ਯਾਦ ਰੱਖਿਓ ਵੀ ਕੁੱਲ ਤਖਤ ਕਿੰਨੇ ਆ ਪੰਜਾਬ 'ਚ 3। ਦੂਜਾ ਇਹ ਕੁਐਸਚਨ ਆਮ ਤੌਰ 'ਤੇ ਆ ਜਾਂਦਾ ਹੈ ਵੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਿਹੜੇ 2 ਤਖਤਾਂ ਦਾ ਨਿਰਮਾਣ ਕੀਤਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਕਿਹੜੇ 2 ਤਖਤ ਬਣਾਏ ਗਏ ਸੀ। ਇਹ ਦੋਨੋਂ ਯਾਦ ਰੱਖੋ, ਜਿਹੜੇ ਬਾਹਰਲੇ ਦੋਨੋਂ ਤਖਤ ਹੈ ਇਹ ਮਹਾਰਾਜਾ ਰਣਜੀਤ ਸਿੰਘ ਨੇ ਬਣਾਏ ਹੈ, ਯਾਨੀ ਕਿ ਤਖਤ ਸ਼੍ਰੀ ਨੰਦੇੜ ਸਾਹਿਬ ਤੇ ਤਖਤ ਸ਼੍ਰੀ ਪਟਨਾ ਸਾਹਿਬ। ਇਹ ਜਿਹੜੇ ਪੰਜਾਬ ਤੋਂ ਦੋਨੋਂ ਜਿਹੜੇ ਬਾਹਰ ਤਖਤ ਹੈਗੇ ਆ ਇਹ ਕਿਹਨਾਂ ਵੱਲੋਂ ਬਣਾਏ ਗਏ? ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ। ਕਿਉਂ ਬਣਾਏ ਗਏ ਸੀ? ਜਿਹੜੇ ਤਖਤ ਸ਼੍ਰੀ ਪਟਨਾ ਸਾਹਿਬ ਹੈ, ਪਟਨਾ ਸਾਹਿਬ ਜਿਹੜਾ ਹੈਗਾ ਉੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੈ। ਪਟਨਾ ਸਾਹਿਬ ਕੀ ਸੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ। ਤੇ ਨੰਦੇੜ ਸਾਹਿਬ ਕਿਉਂ ਬਣਾਇਆ ਗਿਆ ਸੀ? ਉੱਥੇ ਕੀ ਸੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਹੈ? ਜੋਤੀ ਜੋਤ ਦਾ ਸਥਾਨ ਹੈ। ਜਿਹੜਾ ਨੰਦੇੜ ਸਾਹਿਬ ਹੈ ਸ਼੍ਰੀ ਗੁਰੂ ਗੋਬਿੰਦ ਜੀ ਦਾ ਜੋਤੀ ਜੋਤ ਦਾ ਸਥਾਨ ਹੈ। ਤੇ ਤਖਤ ਸ਼੍ਰੀ ਪਟਨਾ ਸਾਹਿਬ ਤਾਂ ਬਣਾਇਆ ਗਿਆ ਸੀ, ਉਹਨਾਂ ਦਾ ਕੀ ਹੈਗਾ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ। ਇਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਏ ਗਏ ਸੀ। ਠੀਕ ਹੈ ਜੀ। ਅੱਗੇ 1880 ਈਸਵੀ ਵਿੱਚ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਿੱਥੇ ਹੋਈ ਸੀ? ਵੇਖੋ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਸਭ ਤੋਂ ਪਹਿਲਾਂ ਲਾਹੌਰ 'ਚ ਬਣੀ ਸੀ 1880 ਵਿੱਚ। ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਹਦਾ ਪੁਨਰ ਸਥਾਪਨਾ ਕੀਤੀ ਗਈ ਸੀਗੀ ਚੰਡੀਗੜ੍ਹ ਵਿਖੇ 1956 'ਚ। ਯਾਦ ਰੱਖਿਓ ਜਿਹੜੀ ਪੰਜਾਬ ਯੂਨੀਵਰਸਿਟੀ ਹੈਗੀ ਹੈ ਸਭ ਤੋਂ ਪਹਿਲਾਂ ਕਦੋਂ ਬਣੀ ਸੀ? 1880 ਲਾਹੌਰ 'ਚ ਬਣੀ ਸੀ। 1956 ਨੂੰ ਇਹਦਾ ਪੁਨਰ ਸਥਾਪਨਾ ਕੀਤੀ ਗਈ ਚੰਡੀਗੜ੍ਹ ਵਿਖੇ। ਠੀਕ ਹੈ ਜੀ। ਇਹਨੂੰ ਛੱਡ ਕੇ ਤੁਸੀਂ ਇੱਕ ਗੱਲ ਹੋਰ ਯਾਦ ਰੱਖਿਓ, ਜਿਹੜੀ ਆਪਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਅੰਮ੍ਰਿਤਸਰ ਹੈ, ਠੀਕ ਹੈ ਜੀ, ਇਹ ਕਦੋਂ ਬਣੀ ਸੀ? ਇਹ ਬਣੀ ਸੀ 1969 ਨੂੰ। ਇਹ ਵੀ ਯਾਦ ਰੱਖਣਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਕਦੋਂ ਬਣੀ ਸੀ? 1969 ਨੂੰ। ਜਿਹੜੀ ਪਟਿਆਲਾ ਯੂਨੀਵਰਸਿਟੀ ਹੈ, ਪੰਜਾਬੀ ਯੂਨੀਵਰਸਿਟੀ ਵੀ ਆਪਾਂ ਕਹਿੰਦੇ ਹਾਂ, ਪਟਿਆਲਾ ਯੂਨੀਵਰਸਿਟੀ ਵੀ ਬੋਲ ਦਿੰਦੇ ਨੇ ਅਤੇ ਪੰਜਾਬੀ ਯੂਨੀਵਰਸਿਟੀ ਵੀ ਬੋਲ ਦਿੰਦੇ ਨੇ। ਕਿੱਥੇ ਹੈਗੀ ਹੈ ਇਹ? ਪਟਿਆਲਾ। ਇਹ ਕਦੋਂ ਬਣੀ ਸੀ? 1962 ਨੂੰ। ਇਹ ਤਿੰਨੋਂ ਯੂਨੀਵਰਸਿਟੀਆਂ ਯਾਦ ਰੱਖਣੀਆਂ। ਠੀਕ ਹੈ ਜੀ। ਪੰਜਾਬ ਯੂਨੀਵਰਸਿਟੀ 1880 'ਚ ਬਣੀ ਸੀ, 1956 ਨੂੰ ਪੁਨਰ ਸਥਾਪਨਾ ਹੋਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ 1969 'ਚ ਬਣੀ ਹੈ, ਅੰਮ੍ਰਿਤਸਰ ਵਿਖੇ ਹੈ। ਅਤੇ ਜਿਹੜੀ ਪੰਜਾਬੀ ਯੂਨੀਵਰਸਿਟੀ ਹੈਗੀ ਹੈ ਪਟਿਆਲਾ, ਇਹ ਕਿੱਥੇ ਕਦੋਂ ਬਣੀ ਹੈ? 1962 'ਚ। ਠੀਕ ਹੈ ਜੀ। ਅੱਗੇ ਇਹਨਾਂ ਵਿੱਚੋਂ ਕਿਹੜਾ ਲੋਕ ਸਭਾ ਹਲਕਾ ਜ਼ਿਲ੍ਹਾ ਨਹੀਂ? ਕਹਿੰਦੇ ਉਹ ਦੱਸੋ ਵੀ ਜਿਹੜਾ ਲੋਕ ਸਭਾ ਹਲਕਾ ਤਾਂ ਹੈਗਾ ਪਰ ਜ਼ਿਲ੍ਹਾ ਨਹੀਂ ਹੈਗਾ, ਡਿਸਟ੍ਰਿਕਟ ਹੈ ਨਹੀਂ ਗਾ। ਵੇਖੋ ਗੁਰਦਾਸਪੁਰ ਜ਼ਿਲ੍ਹਾ ਹੈਗਾ, ਯਾਨੀ ਕਿ ਇਹ ਆਨਸਰ ਨਹੀਂ ਹੋ ਸਕਦਾ। ਗੁਰਦਾਸਪੁਰ ਜ਼ਿਲ੍ਹਾ ਹੈ। ਬਠਿੰਡਾ ਵੀ ਕੀ ਹੈਗਾ? ਜ਼ਿਲ੍ਹਾ ਹੈ। ਲੁਧਿਆਣਾ ਵੀ ਕੀ ਹੈ? ਜ਼ਿਲ੍ਹਾ ਹੈ। ਕੀ ਆਨਸਰ ਆਏਗਾ? ਆਪਸ਼ਨ ਈ ਡੀ ਆਨਸਰ ਖੰਡੂਰ ਸਾਹਿਬ। ਜਿਹੜਾ ਖੰਡੂਰ ਸਾਹਿਬ ਹੈ ਇਹ ਜ਼ਿਲ੍ਹਾ ਨਹੀਂ ਹੈਗਾ। ਖੰਡੂਰ ਸਾਹਿਬ ਜ਼ਿਲ੍ਹਾ ਨਹੀਂ ਹੈਗਾ ਪਰ ਇਹ ਲੋਕ ਸਭਾ ਹਲਕਾ ਹੈਗਾ। ਹੁਣ ਇੱਕ ਗੱਲ ਇੱਥੇ ਹੋਰ ਯਾਦ ਰੱਖਿਓ ਵੀ ਪੰਜਾਬ ਵਿੱਚ ਕੁੱਲ ਕਿੰਨੀਆਂ ਵਿਧਾਨ ਸਭਾ ਸੀਟਾਂ? ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਪੰਜਾਬ ਦੇ ਵਿੱਚ? 117 MLA। ਵਿਧਾਨ ਸਭਾ ਮੀਨਿੰਗ ਕਿੰਨੇ MLA ਚੁਣਦੇ ਹਾਂ ਆਪਾਂ? 117। ਲੋਕ ਸਭਾ ਦੀਆਂ ਕਿੰਨੀਆਂ ਸੀਟਾਂ? ਇਹ ਯਾਦ ਰੱਖਿਓ 13। ਕਿੰਨੀਆਂ ਸੀਟਾਂ ਹੈਗੀਆਂ ਲੋਕ ਸਭਾ ਦੀਆਂ? 13। ਅਤੇ ਇੱਕ ਯਾਦ ਰੱਖਿਓ ਰਾਜ ਸਭਾ 3 ਹੁੰਦੇ ਨੇ। ਇੱਕ ਹੀ ਹੁੰਦਾ ਰਾਜ ਸਭਾ। ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹੈਗੀਆਂ? 7। ਵਿਧਾਨ ਸਭਾ ਦੀਆਂ ਹੈਗੀਆਂ 117, ਲੋਕ ਸਭਾ ਦੀਆਂ 13 ਅਤੇ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹੈਗੀਆਂ? 7। ਇੱਕ ਗੱਲ ਹੋਰ ਯਾਦ ਰੱਖਿਓ, ਦੋ ਲੋਕ ਸਭਾ ਹਲਕੇ ਇਹੋ ਜਿਹੇ ਹੈ ਜਿਹੜੇ ਜ਼ਿਲ੍ਹੇ ਹੈ ਨਹੀਂ। ਇੱਕ ਤਾਂ ਖੰਡੂਰ ਸਾਹਿਬ ਹੈ, ਠੀਕ ਹੈ ਜੀ, ਖੰਡੂਰ ਸਾਹਿਬ ਵੀ ਜ਼ਿਲ੍ਹਾ ਹੈ ਨਹੀਂ। ਇੱਕ ਕੀ ਹੈਗਾ? ਅਨੰਦਪੁਰ ਸਾਹਿਬ। ਦੂਜਾ ਕਿਹੜਾ ਹੈਗਾ? ਅਨੰਦਪੁਰ ਸਾਹਿਬ। ਕਈ ਵਾਰ ਖੰਡੂਰ ਸਾਹਿਬ ਦਾ ਪੁੱਛਿਆ ਜਾਂਦਾ, ਕਈ ਵਾਰ ਅਨੰਦਪੁਰ ਸਾਹਿਬ ਦਾ ਪੁੱਛਿਆ ਜਾਂਦਾ। ਠੀਕ ਹੈ। ਖੰਡੂਰ ਸਾਹਿਬ ਵੀ ਕੀ ਹੈ? ਲੋਕ ਸਭਾ ਹਲਕਾ, ਜ਼ਿਲ੍ਹਾ ਨਹੀਂ ਹੈਗਾ। ਅਨੰਦਪੁਰ ਸਾਹਿਬ ਵੀ ਕੀ ਹੈ? ਲੋਕ ਸਭਾ ਹਲਕਾ ਪਰ ਜ਼ਿਲ੍ਹਾ ਨਹੀਂ ਹੈਗਾ। ਠੀਕ ਹੈ ਜੀ। ਅੱਗੇ ਘੋੜੀਆਂ ਗਾਈਆਂ ਜਾਂਦੀਆਂ। ਘੋੜੀਆਂ ਕਦੋਂ ਗਾਈਆਂ ਜਾਂਦੀਆਂ? ਵੇਖੋ ਪੰਜਾਬੀ ਸੱਭਿਆਚਾਰ ਦਾ ਇਹ ਅੰਗ ਹੈ। ਇਹ ਗਾਈਆਂ ਦੇ ਲੜਕੇ ਦੀ ਜਿਹੜੀ ਹੈਗੀ ਹੈ ਜਦੋਂ ਉਹਦੀ ਮੈਰਿਜ ਹੁੰਦੀ, ਉਹਦੀ ਜੰਨ ਚੜ੍ਹਨ ਵੇਲੇ। ਠੀਕ ਹੈ ਜੀ। ਲੜਕੇ ਦੀ ਜੰਨ ਚੜ੍ਹਨ ਵੇਲੇ। ਓਕੇ। ਅਗਲਾ ਵੇਖੋ ਜੀ, ਅਸਕੀਨੀ ਕਿਸ ਦਰਿਆ ਦਾ ਵੈਦਿਕ ਨਾਮ ਹੈ? ਵੈਦਿਕ ਮੀਨਿੰਗ ਪੁਰਾਣਾ ਨਾਮ। ਅਸਕੀਨੀ ਹੈਗਾ ਕਿਹੜੇ ਦਰਿਆ ਨੂੰ ਪੁਰਾਣੇ ਸਮੇਂ ਵਿੱਚ, ਵੈਦਿਕ ਕਾਲ ਦੇ ਵਿੱਚ ਕਿਹੜੇ ਦਰਿਆ ਨੂੰ ਅਸਕੀਨੀ ਦੇ ਨਾਮ ਨਾਲ ਜਾਣਿਆ ਜਾਂਦਾ? ਚਨਾਬ ਨੂੰ। ਚਨਾਬ ਨੂੰ ਕੀ ਨਾਮ ਹੈ? ਚਨਾਬ ਦਾ ਪੁਰਾਣਾ ਨਾਮ ਕੀ ਹੈਗਾ? ਅਸਕੀਨੀ। ਇਹ ਯਾਦ ਰੱਖਣਾ। ਚਨਾਬ ਦਾ ਪੁਰਾਣਾ ਨਾਮ ਕੀ ਹੈਗਾ? ਅਸਕੀਨੀ। ਜਿਹੜਾ ਬਿਆਸ ਹੈ, ਬਿਆਸ ਦਾ ਪੁਰਾਣਾ ਨਾਮ ਕੀ ਹੈ? ਜੇ ਬਿਆਸ ਦਾ ਪੁੱਛਿਆ ਜਾਵੇ ਤਾਂ ਵਿਪਾਸ਼। ਇਹਨੂੰ ਵਿਪਾਸ਼ਾ ਵੀ ਕਹਿ ਦਿੰਦੇ ਨੇ, ਵਿਪਾਸ਼ ਵੀ ਕਹਿ ਦਿੰਦੇ ਨੇ। ਕਈ ਬੁੱਕ 'ਚ ਵਿਪਾਸ਼ਾ ਹੈ, ਕਈ 'ਚ ਬਿਆਸ ਹੈ। ਆਹ ਵਿਪਾਸ਼ ਹੈ। ਬਿਆਸ ਦਾ ਪੁਰਾਣਾ ਨਾਮ ਕੀ ਹੈਗਾ? ਵਿਪਾਸ਼ ਹੈ। ਠੀਕ ਹੈ। ਜਿਹੜਾ ਰਾਵੀ ਹੈ, ਰਾਵੀ ਦਾ ਹੈਗਾ ਪੁਰਸ਼ੋਤਨੀ। ਇਹ ਯਾਦ ਰੱਖਿਓ।
ਰਾਵੀ ਦਾ ਪੁਰਾਣਾ ਨਾਮ ਕੀ ਹੈਗਾ? ਪੁਰਸ਼ੋਤਨੀ। ਚਨਾਬ ਦਾ ਸਕਿੰਨੀ। ਬਿਆਸ ਦਾ ਹੈਗਾ ਵਿਪਾਸ਼। ਤੇ ਜਿਹੜਾ ਸਤਲੁਜ ਹੈ, ਸਤਲੁਜ ਦਾ ਨਾਮ ਕੀ ਹੈਗਾ? ਸ਼ਤੁਦਰੀ। ਸ਼ਤੁਦਰੀ, ਸ਼ਤੁਦਰੀ ਬੋਲਦੇ ਨੇ, ਸਤਲੁਤਰੀ ਵੀ ਬੋਲ ਦਿੰਦੇ ਨੇ। ਠੀਕ ਹੈ ਜੀ, ਇਹ ਇੰਗਲਿਸ਼ ਮੀਨਿੰਗ ਥੋੜ੍ਹਾ ਜਿਹਾ ਫਰਕ ਹੋ ਸਕਦਾ ਹੈ। ਜਿਹੜਾ ਸਤਲੁਜ ਹੈ ਸਤਲੁਤਰੀ ਜਾਂ ਸਤਸ਼ੁਦਰੀ। ਰਾਵੀ ਦਾ ਪੁਰਸ਼ੋਤਨੀ। ਚਨਾਬ ਦਾ ਸਕਿੰਨੀ ਤੇ ਬਿਆਸ ਦਾ ਵਿਪਾਸ਼। ਪਹਿਲਾ ਸਿੱਖ ਐਂਗਲੋ ਯੁੱਧ ਕਦੋਂ ਹੋਇਆ? ਵੇਖੋ ਕੁੱਲ ਦੋ ਸਿੱਖ ਐਂਗਲੋ ਯੁੱਧ ਹੋਏ ਹੈ। ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਕਾਰ ਦੋ ਮੇਨ ਜਿਹੜੇ ਹੈਗੇ ਆ ਸਿੱਖ ਐਂਗਲੋ ਯੁੱਧ ਹੋਏ ਹੈ। ਪਹਿਲਾ ਹੋਇਆ ਸੀ 1845 ਤੋਂ ਲੈ ਕੇ 46 ਤੱਕ। ਦੂਜਾ ਹੋਇਆ ਸੀ, ਯਾਦ ਰੱਖਿਓ, 1848 49 ਦੇ ਵਿੱਚ। ਠੀਕ ਹੈ, ਦੋਨੇ ਯੁੱਧਾਂ ਵਿੱਚ ਹੀ ਸਿੱਖਾਂ ਦੀ ਹਾਰ ਹੋਈ ਸੀ। ਦੋਨਾਂ ਵਿੱਚ ਹੀ ਸਿੱਖਾਂ ਦੀ ਹਾਰ ਹੋਈ ਸੀ। 1845 ਹੈ, ਸੋਰੀ, 1845 46, 1848 49। ਠੀਕ ਹੈ, ਪਹਿਲਾਂ ਪੁੱਛਿਆ ਪਹਿਲਾਂ ਕਦੋਂ ਹੋਇਆ ਸੀ? 1845 46। ਦੋਨਾਂ ਜਿਹੜੇ ਸਿੱਖ ਐਂਗਲੋ ਯੁੱਧ ਹੋਏ ਹੈ, ਸਿੱਖਾਂ ਦੀ ਕੀ ਹੋਈ ਸੀ? ਹਾਰ ਹੋਈ ਸੀ। ਪਰ ਜਦੋਂ ਦੂਜਾ ਸਿੱਖ ਐਂਗਲੋ ਯੁੱਧ ਹੋਇਆ 1848 49, ਠੀਕ ਹੈ, ਜਦੋਂ 49 'ਚ ਖਤਮ ਹੋਇਆ ਤਾਂ ਅੰਗਰੇਜ਼ਾਂ ਨੇ ਕੀ ਕੀਤਾ? ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਮਿਲਾ ਲਿਆ। ਅਨੈਕਸੇਸ਼ਨ ਉਹ ਪੰਜਾਬ ਕਰ ਦਿੱਤਾ ਗਿਆ। ਪੰਜਾਬ 'ਤੇ ਵੀ ਕੀ ਹੋਇਆ? ਅੰਗਰੇਜ਼ਾਂ ਨੇ ਆਪ ਦਾ ਸਿੱਧਾ ਡਾਇਰੈਕਟ ਹਕੂਮਤ ਸ਼ੁਰੂ ਕਰਤੀ, ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ। ਇਹ ਵੀ ਯਾਦ ਰੱਖਿਓ, ਜਦੋਂ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਇਆ ਗਿਆ ਦੂਜਾ ਸਿੱਖ ਐਂਗਲੋ ਯੁੱਧ ਵੇਲੇ, ਉਦੋਂ ਪੰਜਾਬ ਦਾ ਰਾਜਾ ਕੌਣ ਸੀ? ਉਦੋਂ ਯਾਦ ਰੱਖਿਓ, ਪੰਜਾਬ ਦਾ ਰਾਜਾ ਸੀਗਾ ਮਹਾਰਾਜਾ ਦਲੀਪ ਸਿੰਘ। ਮਹਾਰਾਜਾ ਦਲੀਪ ਸਿੰਘ। ਠੀਕ ਹੈ ਜੀ, ਮਹਾਰਾਜਾ ਦਲੀਪ ਸਿੰਘ। ਠੀਕ, ਅੱਗੇ ਵੇਖੋ, ਗੋਇੰਦਵਾਲ ਸਾਹਿਬ ਸ਼ਹਿਰ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਵੱਲੋਂ ਕੀਤੀ ਗਈ? ਜਿਹੜਾ ਗੋਇੰਦਵਾਲ ਸਾਹਿਬ ਸ਼ਹਿਰ ਹੈ, ਠੀਕ ਹੈ, ਉਹਦੀ ਸਥਾਪਨਾ ਕਿਹੜੇ ਗੁਰੂ ਸਾਹਿਬਾਨ ਜੀ ਵੱਲੋਂ ਕੀਤੀ ਗਈ? ਇਹ ਕੀਤੀ ਗਈ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਵੱਲੋਂ। ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਵੱਲੋਂ। ਤੁਸੀਂ ਨਾ ਗੁਰੂ ਸਾਹਿਬਾਨ ਜੀ ਵੱਲੋਂ ਜਿਹੜੇ ਮੰਨ ਲਓ ਨਗਰ ਵਸਾਏ ਗਏ ਆ ਉਹ ਯਾਦ ਰੱਖਣੇ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀਗਾ ਨਗਰ ਕਰਤਾਰਪੁਰ ਸਾਹਿਬ। ਇਹ ਯਾਦ ਰੱਖਿਓ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਹੋਇਆ? ਕਰਤਾਰਪੁਰ ਸਾਹਿਬ। ਠੀਕ ਹੈ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਖੰਡੂਰ ਸਾਹਿਬ। ਇਹ ਬਹੁਤ ਆਉਂਦਾ ਪੇਪਰ ਦੇ ਵਿੱਚ, ਖੰਡੂਰ ਸਾਹਿਬ ਵਾਲਾ ਬਹੁਤ ਜ਼ਿਆਦਾ ਆਉਂਦਾ, ਖੰਡੂਰ ਸਾਹਿਬ ਵਾਲਾ। ਠੀਕ ਹੈ, ਇਹ ਯਾਦ ਰੱਖਣਾ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਸੀ? ਖੰਡੂਰ ਸਾਹਿਬ। ਸ਼੍ਰੀ ਗੁਰੂ ਅਮਰਦਾਸ ਜੀ ਵਾਲਾ ਆਪਾਂ ਕਰ ਹੀ ਲਿਆ, ਕਿਹੜਾ ਨਗਰ ਵਸਾਇਆ ਇਹਨਾਂ ਨੇ? ਗੋਇੰਦਵਾਲ ਸਾਹਿਬ। ਠੀਕ ਹੈ ਜੀ, ਜਿਹੜੇ ਸ਼੍ਰੀ ਗੁਰੂ ਰਾਮਦਾਸ ਜੀ ਹੈ, ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਹੈ, ਉਹਨਾਂ ਨੇ ਕਿਹੜਾ ਨਗਰ ਵਸਾਇਆ ਹੈਗਾ? ਅੰਮ੍ਰਿਤਸਰ ਸਾਹਿਬ। ਕਿਹੜਾ ਨਗਰ ਵਸਾਇਆ ਸੀਗਾ? ਅੰਮ੍ਰਿਤਸਰ ਸਾਹਿਬ। ਠੀਕ ਹੈ ਜੀ, ਇੱਕ ਹੋਰ ਯਾਦ ਰੱਖ ਲਿਓ, ਸ਼੍ਰੀ ਗੁਰੂ ਅਰਜਨ ਦੇਵ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਸੀਗਾ? ਤਰਨ ਤਾਰਨ। ਇਹ ਯਾਦ ਰੱਖ ਲਿਓ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਸੀਗਾ? ਤਰਨ ਤਾਰਨ। ਇਹ ਪੰਜੇ ਯਾਦ ਰੱਖ ਲਿਓ। ਸ਼੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ, ਸ਼੍ਰੀ ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ, ਸ਼੍ਰੀ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ, ਸ਼੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸਾਹਿਬ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਸਾਹਿਬ। ਠੀਕ ਹੈ ਜੀ, ਅੱਗੇ ਕਰਦੇ ਹਾਂ। ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਹੈ? ਪੁਰਾਣੇ ਸਮੇਂ ਵਿੱਚ ਅਨੰਦਪੁਰ ਸਾਹਿਬ ਨੂੰ ਕੀ ਨਾਮ ਨਾਲ ਜਾਣਿਆ ਜਾਂਦਾ ਹੈ? ਵੇਖੋ, ਅਨੰਦਪੁਰ ਸਾਹਿਬ ਨੂੰ ਕੀ ਨਾਮ ਨਾਲ ਜਾਣਿਆ ਜਾਂਦਾ? ਚੱਕ ਨਾਨਕੀ। ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਹੈਗਾ? ਚੱਕ ਨਾਨਕੀ। ਇਹ ਵੀ ਯਾਦ ਰੱਖਿਓ, ਸਿਫਤੀ ਦਾ ਘਰ ਕਿਹਨੂੰ ਕਿਹਾ ਜਾਂਦਾ ਹੈ? ਅੰਮ੍ਰਿਤਸਰ ਨੂੰ। ਠੀਕ ਹੈ ਜੀ, ਸਿਫਤੀ ਦਾ ਘਰ ਕਿਹਨੂੰ ਕਿਹਾ ਜਾਂਦਾ ਹੈ? ਅੰਮ੍ਰਿਤਸਰ ਸਾਹਿਬ ਨੂੰ ਸਿਫਤੀ ਦਾ ਘਰ ਕਿਹਾ ਜਾਂਦਾ ਹੈ। ਖਿਦਰਾਣੇ ਦੀ ਢਾਬ ਜਿਹੜਾ ਪੁਰਾਣਾ ਨਾਮ ਹੈਗਾ ਸ਼੍ਰੀ ਮੁਕਤਸਰ ਸਾਹਿਬ ਦਾ, ਹੁਣ ਨਾਮ ਕੀ ਹੈਗਾ? ਸ਼੍ਰੀ ਮੁਕਤਸਰ ਸਾਹਿਬ। ਪਹਿਲਾਂ ਪੁਰਾਣਾ ਨਾਮ ਕੀ ਸੀਗਾ? ਖਿਦਰਾਣੇ ਦੀ ਢਾਬ। ਚੱਕ ਨਾਨਕੀ ਕਿਹਦਾ ਨਾਮ ਹੈਗਾ? ਅਨੰਦਪੁਰ ਸਾਹਿਬ ਦਾ। ਇੱਕ ਗੱਲ ਹੋਰ ਯਾਦ ਰੱਖਿਓ, ਜਿਹੜਾ ਅਨੰਦਪੁਰ ਸਾਹਿਬ ਸ਼ਹਿਰ ਹੈ ਇਹ ਕਿਹੜੇ ਗੁਰੂ ਸਾਹਿਬਾਨ ਜੀ ਵੱਲੋਂ ਵਸਾਇਆ ਗਿਆ ਸੀਗਾ? 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਇਹ ਜਿਹੜਾ ਹੈਗਾ ਅਨੰਦਪੁਰ ਸਾਹਿਬ ਜਿਹੜਾ ਸ਼ਹਿਰ ਹੈਗਾ ਵਸਾਇਆ ਗਿਆ ਸੀ। ਚੱਕ ਨਾਨਕੀ ਸ਼ਹਿਰ ਵਸਾਇਆ ਗਿਆ ਸੀ। ਸਿਫਤੀ ਦਾ ਘਰ ਕਿਹਦਾ ਨਾਮ ਹੈਗਾ? ਅੰਮ੍ਰਿਤਸਰ ਸਾਹਿਬ ਦਾ। ਖਿਦਰਾਣੇ ਦੀ ਢਾਬ ਕਿਹੜੇ ਸ਼ਹਿਰ ਦਾ ਨਾਮ ਹੈ? ਸ਼੍ਰੀ ਮੁਕਤਸਰ ਸਾਹਿਬ ਦਾ। ਠੀਕ ਹੈ ਜੀ, ਅੱਗੇ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ? ਇਹ ਯਾਦ ਰੱਖਿਓ, ਇਹ ਹੋਈ ਸੀ 1809 ਈਸਵੀ ਵਿੱਚ। ਕਦੋਂ ਹੋਈ ਸੀ? 1809 ਈਸਵੀ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਇੱਕ ਸੰਧੀ ਹੋਈ ਸੀ। ਉਹਨੂੰ ਪਰਪੈਚੁਅਲ ਸੰਬੰਧੀ ਫਰੈਂਡਸ਼ਿਪ ਸੰਧੀ ਵੀ ਆਖਿਆ ਜਾਂਦਾ ਹੈ। ਕਿਹੜੀ ਸੰਧੀ? ਪਰਪੈਚੁਅਲ ਫਰੈਂਡਸ਼ਿਪ ਸੰਧੀ।
ਵੀ ਇਹਨਾਂ ਵਿਚਕਾਰ ਸਮਝੌਤਾ ਹੋ ਗਿਆ ਸੀਗਾ ਵੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿਚਕਾਰ ਇਹਨਾਂ ਨੇ ਇੱਕ ਨਦੀ ਸੀ ਸਤਲੁਜ ਨਦੀ, ਆਪਾਂ ਆਮ ਹੀ ਪੜ੍ਹਦੇ ਹਾਂ ਸਤਲੁਜ ਨਦੀ। ਸਤਲੁਜ ਜਿਹੜੀ ਨਦੀ ਹੈਗੀ ਹੈ ਉਹਨੂੰ ਬਣਾਇਆ ਸੀ ਆਪਦਾ ਬਾਰਡਰ, ਠੀਕ ਹੈ। ਸਤਲੁਜ ਨਦੀ ਦੀ ਸਤਲੁਜ ਨਦੀ ਨੂੰ ਕੀ ਬਣਾਇਆ ਗਿਆ ਸੀ, ਆਪਦਾ ਸੀਮਾ ਨਿਰਧਾਰਿਤ ਕੀਤੀ ਗਈ ਸੀ, ਬਾਰਡਰ ਬਣਾਇਆ ਗਿਆ ਸੀ। ਪੇਪਰ 'ਚ ਕਈ ਵਾਰ ਪੁੱਛਦੇ ਆ ਵੀ ਕਿਹੜੀ ਨਦੀ ਨੂੰ ਇਹਨਾਂ ਨੇ ਆਪਦੀ ਸੀਮਾ ਨਿਰਧਾਰਿਤ ਕੀਤੀ ਸੀਗੀ, ਸਤਲੁਜ ਨਦੀ ਨੂੰ, ਠੀਕ ਹੈ। ਇਹਨਾਂ ਵਿਚਕਾਰ ਸੰਧੀ ਹੋ ਗਈ ਸੀ ਵੀ ਸਤਲੁਜ ਨਦੀ ਦੇ ਇਸ ਪਾਸੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੋਏਗਾ ਅਤੇ ਦੂਜੇ ਪਾਸੇ ਅੰਗਰੇਜ਼ਾਂ ਦਾ ਰਾਜ ਹੋਵੇਗਾ, ਅਤੇ ਇੱਕ ਦੂਜੇ ਦੇ ਕੰਮਾਂ 'ਚ ਦਖਲਅੰਦਾਜ਼ੀ ਨਹੀਂ ਕਰਨਗੇ। ਇਹ ਯਾਦ ਰੱਖਣਾ ਕਦੋਂ ਹੋਈ ਸੰਧੀ, ਇਹ 1809 'ਚ। ਇਹਨੂੰ ਅੰਮ੍ਰਿਤਸਰ ਦੀ ਸੰਧੀ ਵੀ ਆਖਿਆ ਜਾਂਦਾ ਹੈ, ਠੀਕ ਹੈ। ਅਤੇ ਦੂਜਾ ਕੀ ਆਖਿਆ ਜਾਂਦਾ, ਪਰਪੈਚੁਅਲ ਫਰੈਂਡਸ਼ਿਪ ਸੰਧੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅਤੇ ਕਿਹੜੀ ਨਦੀ ਨੂੰ ਸੀਮਾ ਬਣਾਇਆ ਗਿਆ ਸੀਗਾ, ਸਤਲੁਜ ਨਦੀ ਨੂੰ, ਠੀਕ ਹੈ ਜੀ। ਅੱਗੇ ਆਨੰਦ ਸਾਹਿਬ, ਆਨੰਦ ਸਾਹਿਬ ਦੀ ਰਚਨਾ ਕਿਸ ਗੁਰੂ ਸਾਹਿਬਾਨ ਜੀ ਵੱਲੋਂ ਕੀਤੀ ਗਈ ਹੈ? ਆਨੰਦ ਸਾਹਿਬ ਦੀ ਰਚਨਾ ਕਿਹੜੇ ਗੁਰੂ ਸਾਹਿਬਾਨ ਜੀ ਵੱਲੋਂ ਕੀਤੀ ਗਈ ਹੈਗੀ ਹੈ, ਠੀਕ ਹੈ। ਇਹਦਾ ਆਪਸ਼ਨ ਕੀ ਹੈ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਅਮਰਦਾਸ ਜੀ ਜਿਹੜੇ ਤੀਜੇ ਗੁਰੂ ਹੈ, ਸ਼੍ਰੀ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਰਚਨਾ ਕੀਤੀ ਸੀ। ਤੁਸੀਂ ਇੱਥੇ ਯਾਦ ਰੱਖਣਾ ਥੋੜ੍ਹਾ ਜਿਹਾ, ਗੁਰਮੁਖੀ ਹੈ, ਗੁਰਮੁਖੀ ਲਿਪੀ, ਗੁਰਮੁਖੀ ਲਿਪੀ ਦਾ ਜਿਹੜੀ ਹੈਗੀ ਹੈ, ਮੰਨ ਲਓ ਵੀ ਗੁਰਮੁਖੀ ਲਿਪੀ ਲਈ ਕਿਹੜੇ ਗੁਰੂ ਸਾਹਿਬਾਨ ਜੀ ਵੱਲੋਂ ਸ਼ੁਰੂ ਕੀਤੀ ਮੰਨੀ ਜਾਂਦੀ ਹੈ, ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ। ਜਿਹੜੀ ਗੁਰਮੁਖੀ ਲਿਪੀ ਹੈ, ਠੀਕ ਹੈ, ਉਹਨਾਂ ਦਾ ਯਾਨੀ ਕਿ ਜਿਹੜਾ ਹੈਗਾ ਸਿਹਰਾ ਕਿਹਨਾਂ ਨੂੰ ਜਾਂਦਾ, ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ। ਆਨੰਦ ਸਾਹਿਬ, ਆਨੰਦ ਸਾਹਿਬ ਦਾ ਜਿਹੜਾ ਸਿਹਰਾ ਹੈ, ਰਚਨਾ ਕਿਹਨਾਂ ਨੇ ਕੀਤੀ ਹੈ, ਸ਼੍ਰੀ ਗੁਰੂ ਅਮਰਦਾਸ ਜੀ ਤੀਜੇ ਗੁਰੂ ਜੀ ਨੇ। ਇੱਕ ਤੁਹਾਨੂੰ ਪੇਪਰ 'ਚ ਆਉਂਦਾ ਨਾ ਆਨੰਦ ਕਾਰਜ, ਦੇਖੋ ਫਰਕ ਹੈਗਾ, ਇੱਕ ਆਨੰਦ ਸਾਹਿਬ ਹੈ ਉਹ ਹੈਗੇ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ। ਜੇ ਪੇਪਰ 'ਚ ਆਵੇ ਆਨੰਦ ਕਾਰਜ ਆਊਗਾ ਜਾਂ ਲਾਵਾਂ ਲਿਖਿਆ ਆਊਗਾ, ਜਾਂ ਕੀ ਆਏਗਾ, ਲਾਵਾਂ ਆਏਗਾ। ਉਹਦੀ ਰਚਨਾ ਕਿਹਨੇ ਕੀਤੀ ਹੈ, ਸ਼੍ਰੀ ਗੁਰੂ ਰਾਮਦਾਸ ਜੀ ਨੇ, ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਨੇ। ਇਹ ਵੀ ਯਾਦ ਰੱਖਣਾ, ਠੀਕ ਹੈ ਜੀ। ਅੱਗੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਾਜਪੋਸ਼ੀ ਕਦੋਂ ਹੋਈ? ਤਾਜਪੋਸ਼ੀ ਮੀਨਿੰਗ ਉਹਨਾਂ ਨੇ ਆਪਣੇ ਆਪ ਨੂੰ ਮਹਾਰਾਜਾ ਕਦੋਂ ਡਿਕਲੇਅਰ ਕੀਤਾ? ਵੇਖੋ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਹੀ ਉਹਨਾਂ ਨੇ ਤਾਜਪੋਸ਼ੀ ਕੀਤੀ ਸੀਗੀ, ਠੀਕ ਹੈ ਜੀ। ਕਦੋਂ ਹੋਈ ਸੀ, ਉਹਨਾਂ ਨੇ ਕਦੋਂ ਕੀਤੀ ਸੀ, ਆਪਣੇ ਆਪ ਨੂੰ ਹੀ ਮਹਾਰਾਜਾ ਘੋਸ਼ਿਤ ਕੀਤਾ ਸੀ। ਕਦੋਂ ਕੀਤਾ ਸੀ, 1801 ਈਸਵੀ ਵਿੱਚ। ਯਾਦ ਰੱਖਿਓ 1801 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਹੋਈ ਸੀ, ਠੀਕ ਹੈ। 1809 ਈਸਵੀ ਵਿੱਚ ਬਹੁਤ ਹੀ ਮਹੱਤਵਪੂਰਨ ਸੰਧੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ। ਕਿਹੜੀ ਸੰਧੀ ਸੀਗੀ, ਅੰਮ੍ਰਿਤਸਰ ਦੀ ਸੰਧੀ। ਕਿਹੜੀ ਸੰਧੀ ਸੀ, ਅੰਮ੍ਰਿਤਸਰ ਦੀ ਸੰਧੀ। ਕਿਹੜੀ ਨਦੀ ਨੂੰ ਸੀਮਾ ਬਣਾਇਆ ਗਿਆ ਸੀਗਾ, ਸਤਲੁਜ ਨੂੰ, ਠੀਕ ਹੈ। ਅਤੇ ਉਹਨਾਂ ਦੀ ਮੌਤ ਕਦੋਂ ਹੋ ਗਈ ਸੀ, ਡੈਥ ਕਦੋਂ ਹੋਈ ਸੀ, 1839 ਵਿੱਚ। ਇਹ ਵੀ ਯਾਦ ਰੱਖਿਓ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕੀ ਹੋ ਗਈ ਸੀਗੀ, ਡੈਥ ਹੋ ਗਈ ਸੀ, ਠੀਕ ਹੈ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ 2 ਤਖਤ ਬਣਾਏ ਗਏ ਸੀਗੇ, ਤਖਤ ਸ਼੍ਰੀ ਹਜ਼ੂਰ ਸਾਹਿਬ ਜਿਹੜਾ ਨੰਦੇੜ ਵਿਖੇ ਹੈ, ਇੱਕ ਤਖਤ ਸ਼੍ਰੀ ਪਟਨਾ ਸਾਹਿਬ, ਠੀਕ ਹੈ, ਜਿਹੜਾ ਪਟਨਾ ਹੈ। ਦੋਸਤੋ ਇਹ ਵੀਡੀਓ ਸੀਗਾ ਪੰਜਾਬ GK ਦਾ। ਇਹ ਕੁਐਸਚਨ ਆਮ ਹੀ ਪੇਪਰਾਂ 'ਚ ਦੇਖਣ ਨੂੰ ਮਿਲਦੇ ਹੈ। ਜੇਕਰ ਤੁਹਾਨੂੰ ਸਾਡਾ ਇਹ ਵੀਡੀਓ ਪਸੰਦ ਆਇਆ ਹੋਵੇ, ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਲਾਈਕ ਕਰੋ, ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਜੋ ਤੁਹਾਨੂੰ ਜਿਹੜਾ ਵੀ ਪੰਜਾਬ ਦੀਆਂ ਨੌਕਰੀਆਂ ਨਾਲ ਸੰਬੰਧਿਤ ਕੰਟੈਂਟ ਹੈ ਪੰਜਾਬੀ ਵਿੱਚ ਐਸੇ ਚੈਨਲ 'ਤੇ ਮਿਲ ਸਕੇ। ਥੈਂਕ ਯੂ, ਧੰਨਵਾਦ।